ਅਰਨੀ ਵਾਲਾ ਸ਼ੇਖ ਸੁਭਾਨ। ਅੱਜ ਆਪਾਂ ਇਲੈਕਟ੍ਰੋਸਟੈਟਿਕਸ ਦੇ ਕੁਛ ਹੋਰ ਨੂਮੈਰੀਕਲ ਹੈ ਜਿਹੜੇ ਇੰਪੋਰਟੈਂਟ ਨੂਮੈਰੀਕਲਸ ਹੈ, ਕਿਉਂਕਿ 18 ਤਰੀਕ ਨੂੰ ਹੈ ਜਿਹੜਾ ਆਪਣਾ ਟੈਸਟ ਹੈ ਆਬਜੈਕਟਿਵ ਟਾਈਪ ਦਾ, ਉਸ ਦੇ ਸੰਬੰਧ ਦੇ ਵਿੱਚ ਜਿਹੜੇ ਆਪਾਂ ਨੂਮੈਰੀਕਲ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਠੀਕ ਹੈ ਜੀ, ਪਲੀਜ਼ ਜਿਹੜੀ ਵੀਡੀਓ ਦੇ ਸਾਰੇ ਨੂਮੈਰੀਕਲ ਹੈ ਲਾਸਟ ਤੱਕ ਦੇਖੇ ਜਾਣ, ਤੁਹਾਡੇ ਵਾਸਤੇ ਹੀ ਬਣਾਏ ਗਏ ਹੈ, ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ। ਲੋ ਜੀ, ਆਪਣੇ ਕੋਲੇ ਕੁਐਸਚਨ ਕੀ ਹੈ, ਕਹਿੰਦਾ देयर आर 3 चार्जेस माइनस क्यू, क्यू, कैपिटल क्यू एंड 4Q विच आर प्लेसड इन ए स्ट्रेट लाइन, ਜਿਹੜੇ ਕੀ ਹੈ ਇੱਕ ਸਿੱਧੀ ਰੇਖਾ ਦੇ ਵਿੱਚ ਰੱਖੇ ਗਏ ਆਫ ਲੈਂਥ L, ਜਿੰਦੀ ਆਪਣੇ ਕੋਲ ਲੰਬਾਈ ਕਿੰਨੀ ਹੈ L, ਐਟ ਪੁਆਇੰਟਸ। ਪਹਿਲਾ ਪੁਆਇੰਟ ਹੈਗਾ 0 ਤੇ, ਦੂਸਰਾ ਹੈਗਾ 1/2 ਤੇ ਥਰਡ ਆਪਣੇ ਕੋਲ ਕੀ ਹੈਗਾ L ਲੈਂਥ ਤੇ, ਫਰੋਮ ਵਨ ਆਫ ਦੀ ਐਂਡ। ਠੀਕ ਹੈ ਜੀ, ਇੱਕ ਸਿਰੇ ਤੋਂ ਜੇ ਅਸੀਂ ਚੱਲੀਏ, in order to make the net force on Q0, Q ਦੇ ਉੱਪਰ net force 0 ਕਰਨ ਦੇ ਲਈ ਚਾਰਜ ਕੈਪੀਟਲ Q ਦੀ ਵੈਲਿਊ ਕੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਲੋ ਆਪਣੇ ਕੋਲ ਕੀ ਹੈ, ਇੱਕ ਸਟ੍ਰੇਟ ਲਾਈਨ ਬਣਾਉਣੇ ਆ ਜਿੰਦੀ ਲੈਂਥ ਆਪਾਂ ਕੀ ਰੱਖਦੇ ਹਾਂ L, ਕਿਉਂਕਿ ਆਪਣੇ ਕੋਲ ਕੁਐਸਚਨ ਦਿੱਤਾ ਗਿਆ। ਠੀਕ ਹੈ ਜੀ, ਇੱਕ ਸਿਰੇ ਤੋਂ ਉੱਪਰ ਜੇ ਅਸੀਂ ਸ਼ੁਰੂ ਕਰ ਦਈਏ, ਇੱਥੇ ਚਾਰਜ ਆਪਾਂ ਰੱਖੀ Q। ਠੀਕ ਹੈ ਜੀ, ਕਿਉਂਕਿ ਪਹਿਲਾ 0 ਤੇ ਪਿਆ, ਇਹਨੂੰ 0 ਆਪਾਂ ਲੈ ਲਈਏ। ਸੈਕਿੰਡ ਆਪਣੇ ਕੋਲ ਕੀ 1/2 ਆਫ L, ਇਹਦਾ ਮਤਲਬ ਮਿਡਲ ਪੁਆਇੰਟ ਤੇ ਆ ਗਿਆ। ਇੱਥੇ ਆਪਣੇ ਕੋਲ ਕਿਹੜਾ ਚਾਰਜ ਪਿਆ ਕੈਪੀਟਲ Q। ਠੀਕ ਹੈ ਜੀ, ਤੇ L ਤੇ ਆਪਣੇ ਕੋਲੇ 4Q। ਠੀਕ ਹੈ ਜੀ, ਹੁਣ ਆਪਣਾ ਕੁਐਸਚਨ ਕੀ ਕਹਿੰਦਾ ਹੈ, ਉਹ ਕਹਿੰਦਾ ਵੀ Q ਦੇ ਉੱਪਰ ਨੈਟ ਫੋਰਸ ਆਪਣੇ ਕੋਲ ਕੀ ਹੋਣੀ ਚਾਹੀਦੀ ਹੈ 0। ਇਹਦਾ ਮਤਲਬ ਕਿ ਆਲ ਦੀ ਫੋਰਸਿਸ ਵਿਚ ਆਰ ਐਕਟਿੰਗ ਔਨ Q, ਠੀਕ ਹੈ ਜੀ, ਉਹ ਆਪਣੇ ਕੋਲ ਕਿਵੇਂ ਹੋਣੀਆਂ ਚਾਹੀਦੀਆਂ, ਉਹਨਾਂ ਦਾ ਸਮ ਆਪਣੇ ਕੋਲ ਕੀ ਹੋਣਾ ਚਾਹੀਦਾ 0 ਹੋਣਾ ਚਾਹੀਦਾ। ਠੀਕ ਹੈ ਜੀ, ਫਰੋਮ ਕੂਲਮਜ਼ ਲਾ। ਜੇ ਆਪਾਂ ਕੂਲਮਜ਼ ਲਾ ਦੀ ਡੈਫੀਨੇਸ਼ਨ ਲਾਈਏ ਤਾਂ F ਦੇ ਕਿਹੜੀਆਂ ਕਿਹੜੀਆਂ ਫੋਰਸਿਸ ਆ ਜਿਹੜਾ Q ਦੇ ਉੱਪਰ ਲੱਗ ਰਹੀਆਂ, ਇੱਕ ਤਾਂ Q ਕੈਪੀਟਲ Q ਕਰਕੇ ਲੱਗ ਰਹੀ ਹੈ, ਪਲੱਸ F ਆਫ Q ਤੇ 4Q ਕਰਕੇ ਲੱਗ ਰਹੀ ਹੈ। ਫਿਗਰ ਤੋਂ ਦੇਖੋ, ਇਹਦੇ ਉੱਪਰ ਆਪਣੇ ਕੋਲ ਕੀ ਇੱਕ ਐਸ ਕਰਕੇ, ਇੱਕ ਇਹਦੇ ਕਰਕੇ, ਇਹੀ ਦੋ ਫੋਰਸਿਸ ਐਕਟ ਕਰਨਗੀਆਂ। ਇਹਨਾਂ ਦੋਵਾਂ ਦਾ ਇਫੈਕਟ ਕੀ ਹੋਣਾ ਚਾਹੀਦਾ 0 ਹੋਣਾ ਚਾਹੀਦਾ। ਠੀਕ ਹੈ ਜੀ, ਨੈਟ ਫੋਰਸ ਔਨ Q ਮਸਟ ਬੀ 0। ਠੀਕ ਹੈ ਜੀ, ਹੁਣ ਇਹਨਾਂ ਦੋਵਾਂ 'ਚ ਅਸੀਂ ਕੂਲਮਜ਼ ਲਾ ਲਾਈਏ, ਫਰੋਮ ਦੀ ਡੈਫੀਨੇਸ਼ਨ ਆਫ ਦੀ ਕੂਲਮਜ਼ ਲਾ 1/4πε0 Q ਇੰਟੂ Q, Q1 Q2 ਬਾਈ R ਸਕੁਏਅਰ। ਦੋਵਾਂ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ, ਮਿਡਲ ਪੁਆਇੰਟ ਸੀ ਤਾਂ ਇਹ ਆਪਣੇ ਕੋਲ ਕੀ ਹੈ L/2, ਇਹ ਵੀ ਆਪਣੇ ਕੋਲ ਕੀ L/2, ਕਿਉਂਕਿ ਆਪਣੇ ਕੋਲ ਗਿਵਨ ਹੈ। ਇਹਦਾ ਮਤਲਬ R ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ L/2 ਦਾ ਸਕੁਏਅਰ, ਪਲੱਸ Q ਤੇ 4Q ਦੇ ਵਿੱਚ ਜੇ ਅਸੀਂ ਅਪਲਾਈ ਕਰੀਏ 1/4πε0 Q ਇੰਟੂ 4Q ਡਿਵਾਈਡ ਬਾਏ Q ਤੇ 4Q ਦੇ ਵਿਚਕਾਰ ਦੂਰੀ ਕਿੰਨੀ ਹੈ L ਸਕੁਏਅਰ ਇਜ਼ ਇਕੁਅਲ ਟੂ 0। ਠੀਕ ਹੈ ਜੀ, ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ। ਹੁਣ ਜੇ ਅਸੀਂ ਇੱਥੋਂ ਸੋਲਵ ਕਰੀਏ 1/4πε0 Q ਇੰਟੂ Q ਡਿਵਾਈਡ ਬਾਏ L ਸਕੁਏਅਰ ਇੰਟੂ 4, ਆ ਥੱਲੇ L ਸਕੁਏਅਰ ਹੈ ਜਿਹੜਾ ਆਪਣੇ ਕੋਲ ਉੱਪਰ ਚਲਾ ਜਾਏਗਾ 2 ਦਾ ਹੋ ਕੇ। ਠੀਕ ਹੈ ਜੀ, ਇਸ ਰਕਮ ਨੂੰ ਜੇ ਅਸੀਂ ਦੂਸਰੀ ਸਾਈਡ ਤੇ ਲੈ ਜਾਵਾਂਗੇ ਤਾਂ ਮਾਈਨਸ ਹੋ ਜਾਏਗਾ 1/4πε0 Q ਇੰਟੂ 4Q ਡਿਵਾਈਡ ਬਾਈ L ਸਕੁਏਅਰ। 4Q ਨਾਲ 1/4πε0 1/4πε0 ਕੈਂਸਲ, L ਸਕੁਏਅਰ ਨਾਲ L ਸਕੁਏਅਰ ਕੈਂਸਲ, Q ਨਾਲ Q, 4 ਨਾਲ 4, ਇੱਧਰ ਆਪਣੇ ਕੋਲ ਕੀ ਬਚ ਗਿਆ Q, ਇੱਧਰ ਆਪਣੇ ਕੋਲ ਬਚ ਗਿਆ ਕੈਪੀਟਲ Q, ਅੱਗੇ ਸਾਈਨ। ਇਹਦਾ ਮਤਲਬ ਕੈਪੀਟਲ Q ਦੀ ਵੈਲਿਊ ਆਪਣੇ ਕੋਲ ਕੀ ਆ ਗਈ -Q। ਠੀਕ ਹੈ ਜੀ, ਸੋ ਆਪਣੇ ਕੁਐਸਚਨ ਦਾ ਆਨਸਰ ਕੀ ਆਇਆ -Q, ਤੇ ਆਪਾਂ ਦੇਖਦੇ ਹਾਂ ਆ ਆਪਸ਼ਨ ਆਪਣੇ ਕੋਲ ਦਿੱਤੀ ਹੋਈ ਹੈ -Q। ਦਿਸ ਇਜ਼ ਦੀ ਰਾਈਟ ਆਨਸਰ। ਠੀਕ ਹੈ ਜੀ, ਕੁਐਸਚਨ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। 3 ਚਾਰਜ ਸੀ, ਇੱਕ Q ਸੀ, ਇੱਕ ਕੈਪੀਟਲ Q ਸੀ, ਇੱਕ 4Q ਸੀ, ਇੱਕ ਲਾਈਨ ਦੇ ਵਿੱਚ ਰੱਖੇ ਗਏ ਸੀ ਸਟ੍ਰੇਟ ਲਾਈਨ ਦੇ ਉੱਪਰ। ਕਿਹੜੇ ਕਿਹੜੇ ਪੁਆਇੰਟ ਦੇ ਉੱਪਰ 0, 1/2 ਤੇ L, ਟੋਟਲ ਲੈਂਥ L ਸੀਗੀ ਇੱਕ ਸਿਰੇ ਤੋਂ ਫਰੋਮ ਦੀ ਵਨ ਐਂਡ।
इन ऑर्डर टू मेक दी नैट फोर्स ऑन क्यू 0, क्यू के उपर नैट फोर्स 0 बनानी है तो क्यू की वैल्यू की होनी चाहिए, नैट फोर्स 0 करनी है तो किहड़ियां फोर्सिस जिहड़ियां इहदे उपर लग रही हैं, ठीक है जी। इस चार्ज करके तो इस चार्ज करके दो लग रही हैं, उन्होंने दोवां का सम आपां की करता 0 करता। ये पॉइंट क्लीयर होया कि नहीं होया जी, ठीक है जी। नैक्सट अपने कोल की है क्वेश्चन, देखो की दिता है, कहता फोर्स बिटवीन दी टू आइडेंटिकल चार्जिज, वो वाले चार्ज जिहड़े सेम है उन्होंने दे विचकार फोर्स लग रही है, किन्ने डिस्टेंस ते पए, प्लेस्ड एट डिस्टेंस आर इन वैक्यूम इज एफ, ठीक है जी। अपने कोल पहली सिचुएशन के अकॉर्डिंगली ये बनता है भी एक अपने कोल की है चार्ज क्यू है, एक सैकेंड चार्ज अपने कोल की है क्यू है, दोवें वैक्यूम दे विच पए, दोवां दे विचकार दी दूरी कितनी है आर, तो जिहड़ी फोर्स की वैल्यू अपने कोल आ रही है उनकी वैल्यू हैगी एफ, ठीक है जी। जे असीं वैल्यू एफ की कैलकुलेट करिए फ्रॉम कूलम ला तो इक्वेशन की बनती है, क्योंकि एयर च पए 1/4πε0 क्यू इंटू क्यू डिवाइड बाय आर स्केयर। ये पहला पार्ट अपने कोल कवर हो गया। हुण देखो की कहंदा, नाउ अ स्लैब ऑफ डायलैक्ट्रिक कॉन्सटेंट 4, इहदा मतलब के दी वैल्यू अपने कोल कितनी गिवन है 4, इज इंसर्टेड बिटवीन दी टू चार्जिज, दोवें चार्जिज के विचकार उन्होंने रखता। इफ द थिकनेस ऑफ द स्लैब इज r/2, इहदा मतलब जी टी की वैल्यू है वो अपने को r/2 है, दैन दी फोर्स बिटवीन दी चार्जिज, फोर्स ते की इफैक्ट पऊगा, ठीक है जी। सिचुएशन अपने को की बनी है जो आप इधरली साइड ते आप ड्रॉ करते हैं, एक चार्ज क्यू है, दूसरा चार्ज भी क्यू है, इन्हां दे विचकार दी जिहड़ी दूरी सीगी वो अपने कोल कितनी सी आर, ठीक है जी। इन्हां दे विचकार एक डायलैक्ट्रिक स्लैब रख दी गई है, ठीक है जी। कितनी थिकनेस दी r/2 ते उनकी के दी वैल्यू कितनी है अपने कोल 4। ये पॉइंट क्लीयर होया कि नहीं है। हुण असीं ये कैलकुलेट करना भी नवीं फोर्स की वैल्यू है वो पुरानी फोर्स के मुकाबले उनकी की वैल्यू होगी, ठीक है जी। ये पॉइंट क्लीयर होया कि नहीं होया। हुण इस क्वेश्चन नूं सॉल्व करन दे लई सानूं एक गल पता है भी जदों भी असीं डायलैक्ट्रिक इंट्रोड्यूस करते हैं तो जिहड़ी फोर्स नवीं आउंदी है वो घट जाती है पहलां वाली फोर्स नाल, ठीक है जी। फ्रॉम आवर नॉलेज ऑफ के डायलैक्ट्रिक कॉन्सटेंट, ठीक है जी। वो के दी वैल्यू अपने कोल की हुंदी है F0/F, F0/F अपने कोल वैल्यू हुंदी है, जे इनू इधर लै जे उधर। तो इहदा मतलब की है भी जिहड़ी फोर्स की वैल्यू अपने कोल घट गई, जेकर फोर्स की वैल्यू घट गई इस चीज़ नूं असीं यूज़ करिए क्वेश्चन तो बाद चों आने, पहले जनरल जे असीं कॉन्सैप्ट बनाइए भी अपने कोल की है दो चार्ज अपने कोल मान लो पे है क्यू ते क्यू, उन्हां दे विचकार असीं एक डायलैक्ट्रिक स्लैब रखती, ठीक है जी। डायलैक्ट्रिक स्लैब रखती जिंदी थिकनेस अपने कोल की है सारे दे बराबर है, आर आप लैके चले सी आर दे इक्वल है, ठीक है जी। जो आप कहिए टी लैके चले सी, जे थिकनेस में टी नाल डिनोट करना, मान लो जी थिकनेस टी है, आर दे बराबर है टी, तो अपने कोले जिहड़ी फोर्स है वो F0/K होगी, फोर्स अपने कोल की होगी घट गई। जेकर असीं इहनूं सॉल्व करिए F की वैल्यू आप लईए 1/4πε0 Q इंटू Q/R इफैक्टिव। कहने का मतलब असी इत्थे दो मैथड है इनू सॉल्व, क्योंकि हाफ पार्ट दे विच अपने कोल एयर है तो हाफ पार्ट दे विच अपने कोल डायलैक्ट्रिक है। इनू सॉल्व करने के लिए या तो दोवां नू डायलैक्ट्रिक कन्वर्ट करो या दोवां नू वैक्यूम च कन्वर्ट करो, दोवां नू आपां वैक्यूम च कन्वर्ट करांगे। इसलिए असी ये गल कहना चाहते हैं भी जिहड़ी फोर्स है जे वो F0 के बराबर होवे तो आर की वैल्यू नू कितना वधाया जाए या घटाया जाए, ठीक है जी। इत्थे असी आर दी आर इफैक्टिव लिख लिया, F0 की वैल्यू सानू पता है 1/4πε0, ठीक है जी, Q/R स्केयर नाल इत्थे अपने कोल वैल्यू की है, नाल अपने कोल वैल्यू किन्ने टाइम्स घटी के
ਹੁਣ ਅਸੀਂ ਆਹ ਵੈਲਿਊ ਨੂੰ ਕੰਪੇਅਰ ਕਰਨਾ, ਆਰ ਇਫੈਕਟਿਵ ਨੂੰ ਇਹਦੇ ਨਾਲ ਕੰਪੇਅਰ ਕਰਨਾ। ਵੇਖੋ ਬਾਕੀ ਸਾਰੀਆਂ ਟਰਮਸ ਆਪਣੇ ਕੋਲ ਸੇਮ ਹੈ, ਕਿਊ ਬਾਈ, ਇਹਦਾ ਮਤਲਬ ਜੇ ਅਸੀਂ ਇਹਨਾਂ ਦੋਵਾਂ ਨੂੰ ਕੰਪੇਅਰ ਕਰਨਾ ਹੈ, ਇਹਨੂੰ ਵੀ ਸਕੇਅਰ ਦੀ ਫਾਰਮ 'ਚ ਲਿਖਿਆ ਜਾਵੇ ਤਾਂ ਆਪਾਂ ਇਹਨੂੰ ਐ ਲਿਖ ਸਕਦੇ ਹਾਂ 1/4πε0 ਕਿਊ ਸਕੇਅਰ ਬਾਏ ਅੰਡੂਡ ਕੇ ਆਰ ਦਾ ਸਕੇਅਰ। ਇਧਰਲੀ ਸਾਈਡ ਤੇ ਇਕੁਏਸ਼ਨ ਕੀ ਹੈ 1/4πε0 ਕਿਊ ਸਕੇਅਰ ਬਾਏ ਆਰ ਇਫੈਕਟਿਵ ਦਾ ਸਕੇਅਰ। ਠੀਕ ਹੈ ਜੀ। ਅਸੀਂ ਆਹ ਵਾਲਾ ਜਿਹੜਾ ਸਾਡਾ ਨੌਲੇਜ ਹੈ ਵੀ ਜੇਕਰ ਡਾਇਲੈਕਟ੍ਰਿਕ ਇਨਸਰਟ ਕੀਤਾ ਜਾਂਦਾ ਤਾਂ ਉਹਦੇ ਵਿੱਚ ਆਪਣੇ ਕੋਲ ਕੀ ਹੁੰਦਾ, ਟੀਥ ਮਤਲਬ ਕੰਪਲੀਟ ਡਾਇਲੈਕਟ੍ਰਿਕ ਜੇ ਅਸੀਂ ਇਨਸਰਟ ਕਰ ਦਈਏ ਬਿਟਵੀਨ ਦੀ ਪਲੇਟਸ, ਦੋ ਚਾਰਜਿਸ ਦੇ ਵਿਚਕਾਰ, ਤਾਂ F0/K ਹੋ ਜਾਂਦਾ। ਅਸੀਂ ਉੱਥੋਂ ਇਹਨੂੰ ਡਰਾਈਵ ਕਰ ਰਹੇ ਹਾਂ ਤਾਂ ਇਹਨੂੰ ਕੰਪੇਅਰ ਕਰਨ ਤੇ ਸਾਡੇ ਕੋਲ ਕੀ ਆਇਆ ਵੀ ਜਿਹੜੀ R ਦੀ ਵੈਲਿਊ ਹੈ ਉਹ ਆਪਣੇ ਕੋਲ ਕੀ ਹੋ ਜਾਂਦੀ ਹੈ ਅੰਡੂਡ K ਇੰਟੂ R। ਇਹ ਪੁਆਇੰਟ ਕਲੀਅਰ ਕਰੋ। ਕਹਿਣ ਦਾ ਮਤਲਬ ਜੇਕਰ F ਨੇ F0/K ਦੇ ਬਰਾਬਰ ਹੋਣਾ ਹੈ, ਆਪਾਂ ਨੂੰ ਪਤਾ ਵੀ ਡਾਇਲੈਕਟ੍ਰਿਕ ਇਨਸਰਟ ਕਰਨ ਦੇ ਨਾਲ ਜਿਹੜੀ ਉਹਦੀ ਇਫੈਕਟਿਵ ਲੈਂਥ ਹੈ ਉਹ ਕਿੰਨੀ ਵਧੂਗੀ ਜਾਂ ਘਟੂਗੀ। ਕਹਿਣ ਦਾ ਮਤਲਬ ਜਿਹੜਾ ਪਹਿਲਾਂ R ਨਜ਼ਰ ਆ ਰਿਹਾ ਸੀ ਨਾ ਉਸ ਫੋਰਸ ਵਾਸਤੇ, ਸਿੰਪਲ ਅਸੀਂ ਗੱਲ ਕਰੀ, ਉਹ ਸਾਨੂੰ R ਦੀ ਥਾਂ ਤੇ ਹੁਣ ਕੀ ਨਜ਼ਰ ਆਊਗਾ ਅੰਡੂਡ K ਟਾਈਮਸ R। ਠੀਕ ਹੈ ਜੀ, ਅੰਡੂਡ K ਟਾਈਮਸ R। ਇਹਦਾ ਮਤਲਬ ਥਿਕਨੈਸ ਸਾਡੇ ਕੋਲ ਜਿਹੜੀ, ਜੇ ਅਸੀਂ ਇਹਨੂੰ ਲੈ ਕੇ ਚੱਲਦੇ ਹਾਂ ਤਾਂ ਜਿਹੜੀ ਆਹ ਫੈਕਟਰ ਹੈ ਆਪਣੇ ਕੋਲੇ ਇਹ R ਥਿਕਨੈਸ ਹੀ ਹੈ, ਉਹਦੇ ਇਕੁਅਲ ਹੈ ਜਿਹੜੀ ਆਪਣੇ ਕੋਲ ਵੈਲਿਊ ਆਈ ਹੈ। ਠੀਕ ਹੈ ਜੀ, ਜਿਹੜੀ ਆਪਣੇ ਕੋਲ ਇਹਦੇ ਬਰਾਬਰ ਆ ਜਾਣੀ ਹੈ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਜੇ ਅਸੀਂ ਹੁਣ ਇਸ ਪੁਆਇੰਟ ਦੀ ਗੱਲ ਕਰੀਏ ਤਾਂ R/2 ਵੈਕਿਊਮ ਦੇ ਵਿੱਚ ਹੈ ਤੇ R/2 ਆਪਣੇ ਕੋਲ ਕੀ ਹੈ ਡਾਇਲੈਕਟ੍ਰਿਕ ਹੈ। ਇਹਦਾ ਮਤਲਬ ਜਿਹੜਾ ਡਾਇਲੈਕਟ੍ਰਿਕ ਹੈ ਉਹਦੀ ਥਿਕਨੈਸ ਆਪਣੇ ਕੋਲ ਕਿੰਨੀ ਹੈ, ਉਹਦੀ R/2 ਹੈ। ਇੱਥੇ ਆਪਣੇ ਕੋਲ ਕੰਪਲੀਟ R ਸੀ। ਇਹਦਾ ਮਤਲਬ ਜੇਕਰ ਅਸੀਂ ਇਹਦੇ ਵਾਸਤੇ ਕੈਲਕੂਲੇਟ ਕਰੀਏ ਵੀ ਵੈਲਿਊ ਹੈ ਜਿਹੜੀ R ਇਫੈਕਟਿਵ ਦੀ ਸਾਡੇ ਕੋਲ ਕਿੰਨੀ ਹੋਏਗੀ, ਜੇ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਇਸ ਸਲੈਬ ਵਾਸਤੇ ਜਿਹੜੀ ਵੈਲਿਊ ਪਹਿਲਾਂ ਸਾਨੂੰ R ਸੀ ਤਾਂ ਉਹ ਅੰਡੂਡ K ਇੰਟੂ R ਸੀ। ਇਹਦਾ ਮਤਲਬ ਅੰਡੂਡ K ਇੰਟੂ ਹੁਣ R ਦੀ ਥਾਂ ਤੇ ਆਪਣੇ ਕੋਲ ਕੀ ਹੈ R/2। ਜਿਹੜੀ ਇਫੈਕਟਿਵ ਵੈਲਿਊ ਹੈ R ਨੂੰ R/2 ਨਜ਼ਰ ਆਉਂਦਾ ਸੀ ਤਾਂ ਇਹਦੀ ਥਾਂ ਤੇ ਆਹ ਨਜ਼ਰ ਆਏਗਾ, ਪਲੱਸ ਜਿਹੜਾ ਆਹ ਡਿਸਟੈਂਸ ਹੈ। ਠੀਕ ਹੈ ਜੀ, ਇਹ ਆਪਣੇ ਕੋਲ ਕਿੰਨਾ ਹੈ R/2, ਕਿਉਂਕਿ ਇਹ ਦੂਰੀ ਆਪਣੇ ਕੋਲ ਕਿੰਨੀ R/2 ਹੈ ਤੇ R/2 ਉਹਨੂੰ R/2 ਨਜ਼ਰ ਨਾ ਆ ਕੇ, ਕਿਉਂਕਿ ਅਸੀਂ ਇੱਥੋਂ ਇਹ ਗੱਲ ਕਲੀਅਰ ਕਰਤੀ ਵੀ R ਸਾਨੂੰ ਕੀ ਨਜ਼ਰ ਆਉਂਦਾ ਹੈ ਅੰਡੂਡ KR ਨਜ਼ਰ ਆਉਂਦਾ ਤੇ R/2 ਕੀ ਨਜ਼ਰ ਆਊਗਾ ਅੰਡੂਡ KR/2 ਨਜ਼ਰ ਆਏਗਾ। ਠੀਕ ਹੈ ਜੀ, ਬਟ K ਦੀ ਵੈਲਿਊ ਸਾਡੇ ਕੋਲ ਗਿਵਨ ਹੈ। K ਦੀ ਵੈਲਿਊ ਕਿੰਨੀ ਗਿਵਨ ਹੈ 4 ਇੱਥੇ ਵੈਲਿਊ ਪੁੱਟ ਕਰੀਏ ਤਾਂ ਕਿੰਨਾ ਆ ਗਿਆ 4 ਅੰਡੂਡ 2R, ਇਹ ਸਾਡੇ ਕੋਲ ਬਣ ਗਿਆ। ਇੱਥੇ 4 ਪੁੱਟ ਕਰੀਏ ਇੰਟੂ R/2 ਪਲੱਸ R/2। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦੀ ਵੈਲਿਊ ਨੂੰ ਸੋਲਵ ਕੀਤਾ 2 ਇੰਟੂ R/2 ਪਲੱਸ R/2। ਠੀਕ ਹੈ ਜੀ, R ਆਫ ਇਫੈਕਟਿਵ ਜਿਹੜੀ ਪਹਿਲਾਂ R ਨਜ਼ਰ ਆ ਰਹੀ ਸੀ ਉਹ ਸਾਨੂੰ ਕੀ ਨਜ਼ਰ ਆਊਗੀ R ਪਲੱਸ R/2, R ਪਲੱਸ R/2। 1 ਪਲੱਸ 1/2 3/2। ਇਹਦਾ ਮਤਲਬ ਅਸੀਂ ਹੁਣ R ਦੀ ਥਾਂ ਤੇ ਜੇਕਰ 3/2 R ਪੁੱਟ ਕਰ ਦਿੰਨੇ ਆ ਤਾਂ ਨਵੀਂ ਫੋਰਸ ਦੀ ਵੈਲਿਊ ਹੈ ਜਿਹੜੀ ਸਾਡੇ ਕੋਲ ਨਿਕਲ ਆਵੇਗੀ। ਠੀਕ ਹੈ ਜੀ, ਇਹਦਾ ਮਤਲਬ ਜਿਹੜੀ F ਦੀ ਵੈਲਿਊ ਹੈ ਨਿਊ ਫੋਰਸ ਹੈ ਉਹ ਆਪਣੇ ਕੋਲ ਕਿੰਨੀ ਹੋਊਗੀ 1/4πε0 Q ਇੰਟੂ Q ਡਿਵਾਈਡ ਬਾਈ R ਸਕੇਅਰ ਸੀ ਤਾਂ ਅਸੀਂ ਕੀ ਪੁੱਟ ਕਰੀਏ 3/2 R ਦਾ ਸਕੇਅਰ। 3/2 R ਦਾ ਸਕੇਅਰ ਪੁੱਟ ਕਰਾਂਗੇ ਤਾਂ 3 ਦਾ ਸਕੇਅਰ 9, 2 ਦਾ ਸਕੇਅਰ 4, ਇਹਦਾ ਮਤਲਬ 4/9 ਫੈਕਟਰ ਅੱਗੇ ਆ ਜਾਏਗਾ, ਬਾਕੀ ਟਰਮ ਉਹੀ ਰਹੇਗੀ 1/4πε0 Q ਬਾਈ R ਸਕੇਅਰ। ਇਹਦਾ ਮਤਲਬ ਇਹ F0। ਇਹਦਾ ਮਤਲਬ ਜਿਹੜੀ ਹੁਣ ਫੋਰਸ ਦੀ ਵੈਲਿਊ ਜਿਹੜੀ ਸਾਨੂੰ ਨਜ਼ਰ ਆਏਗੀ ਡਾਇਲੈਕਟ੍ਰਿਕ ਇਨਸਰਟ ਕਰਨ ਨਾਲ ਉਹ 4/9 ਆਫ F0 ਆਏਗੀ। ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਆਹ ਵਾਲਾ ਆਨਸਰ ਹੈ ਜਿਹੜਾ ਸਾਡਾ ਕਰੈਕਟ ਹੈ। ਠੀਕ ਹੈ ਜੀ, ਇੱਥੇ ਬਸ ਸਿੰਪਲ ਜੀ ਇੱਕ ਟ੍ਰਿਕ ਹੈ ਕਹਿ ਲਓ ਜਾਂ ਲੌਜਿਕ ਹੈ ਜਿਹੜਾ ਯੂਜ਼ ਹੁੰਦਾ ਉਹ ਇਸ ਲੌਜਿਕ ਨੂੰ ਉਦਾਹਰ ਮੰਨ ਕੇ ਚੱਲੇ ਵੀ F = F0/K। ਜੇਕਰ ਇੱਕ ਡਾਇਲੈਕਟ੍ਰਿਕ ਕੰਪਲੀਟਲੀ ਇਨਸਰਟ ਕਰ ਦਿੱਤਾ ਜਾਵੇ ਬਿਟਵੀਨ ਦੀ ਚਾਰਜਿਸ ਤਾਂ ਜਿਹੜੀ ਫੋਰਸ ਹੈ ਉਹ 1/K ਟਾਈਮ ਹੋ ਜਾਂਦੀ ਹੈ।
ठीक है जी। ਉੱਥੋਂ ਅਸੀਂ ਕਿਹਾ ਵੀ ਇਹਦਾ ਮਤਲਬ ਜੇਕਰ ਫੋਰਸ ਨੂੰ ਅਸੀਂ ਵੈਲਿਊ ਨੂੰ ਆਰ ਦੀ ਥਾਂ ਤੇ ਕੀ ਨਜ਼ਰ ਆਏਗਾ, ਤੇ ਆਰ ਨੂੰ ਆਰ ਇਫੈਕਟਿਵ ਲਿਖ ਲਿਆ, ਤੇ ਇੱਧਰਲੀ ਵੈਲਿਊ ਨੂੰ ਅਸੀਂ ਆਰ ਕਿਹਾ ਵੀ ਪਹਿਲਾਂ ਆਰ ਸੀ ਹੁਣ ਆਰ ਇਫੈਕਟਿਵ ਹੈ, ਦੋਵਾਂ ਨੂੰ ਅਸੀਂ ਇਕੁਅਲ ਕੀਤਾ ਤਾਂ ਸਾਡੇ ਕੋਲ ਆ ਜਿਹੜਾ ਕਨਸੈਪਟ ਹੈ ਸਾਹਮਣੇ ਨਿਕਲ ਕੇ ਆਇਆ ਵੀ ਆਰ ਇਫੈਕਟਿਵ ਹੈ ਜਿਹੜਾ ਨਾ ਸਾਡੇ ਕੋਲ, ਉਹਦੀ ਆਰ ਦੀ ਥਾਂ ਤੇ ਸਾਨੂੰ ਉਹ ਕੀ ਨਜ਼ਰ ਆਉਂਦਾ, ਅੰਡਰਰੂਟ ਕੇ ਆਰ ਨਜ਼ਰ ਆਉਂਦਾ, ਤਾਂ ਹੀ ਉਹਦੀ ਵੈਲਿਊ ਕੇ ਟਾਈਮ, ਕਿਉਂਕਿ ਜਦੋਂ ਇਹ ਵੈਲਿਊ ਪੁੱਟ ਕਰਾਂਗੇ ਸਕੇਅਰ ਦੇ ਵਿੱਚ ਤਾਂ ਵੈਲਿਊ ਘਟ ਜਾਏਗੀ। ਇਸੇ ਚੀਜ਼ ਨੂੰ ਅਸੀਂ ਯੂਜ਼ ਕੀਤਾ ਵੀ ਜੇਕਰ ਆਰ ਅੰਡਰਰੂਟ ਕੇ ਆਰ ਨਜ਼ਰ ਆਉਂਦਾ ਹੈ ਤਾਂ r/2 ਕੀ ਨਜ਼ਰ ਆਏਗਾ, ਆ ਨਜ਼ਰ ਆਏਗਾ। ਠੀਕ ਹੈ ਜੀ। ਆ ਆਪਣੇ ਕੋਲ ਵੈਲਿਊ ਏਅਰ ਦੇ ਵਿੱਚ ਹੀ ਹੈ, ਇਹਨੂੰ ਅਸੀਂ ਏਅਰ ਦੇ ਅਕੋਰਡਿੰਗਲੀ ਕਨਵਰਟ ਕੀਤਾ ਵੀ ਏਅਰ ਵਾਸਤੇ ਇਹ ਇਫੈਕਟਿਵ ਵੈਲਿਊ ਕਿੰਨੀ ਨਜ਼ਰ ਆਏਗੀ, ਇਹ ਅੰਡਰਰੂਟ ਕੇ r/2, ਆ ਵੀ ਏਅਰ ਹੈ r/2 ਕੇ ਦੀ ਵੈਲਿਊ ਦਿੱਤੀ, ਇਹਨੂੰ ਪੁੱਟ ਕਰਨ ਤੋਂ ਬਾਅਦ ਆਰ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ 3/2। ਹੁਣ ਅਸੀਂ ਫੋਰਸ ਦੀ ਵੈਲਿਊ ਕੈਲਕੂਲੇਟ ਕੀਤੀ ਤਾਂ ਉਹ 4/9 ਹੈ ਜਿਹੜੀ ਉਹ ਸਾਡੇ ਕੋਲ ਨਜ਼ਰ ਆਏਗੀ। ਕਲੀਅਰ ਹੈ ਜੀ। ਠੀਕ ਹੈ ਜੀ। ਲੋ ਨੈਕਸਟ ਕੁਐਸਚਨ ਦੇਖੋ, 2 particles of equal masses, 2 ਪਾਰਟੀਕਲ ਹੈ, ਉਹਨਾਂ ਦਾ ਮਾਸ ਇਕੁਅਲ ਹੈ, ਚਾਰਜ ਵੀ ਇਕੁਅਲ ਹੈ, ਐਂਡ ਹੈ ਵਿੱਚ ਦੇਖੋ। ਠੀਕ ਹੈ ਜੀ। of equal mass and charge are placed at distance 16 centimeter। ठीक है जी। एक चार्ज Q है, दूसरा चार्ज भी अपने कोल की है Q है, दोवां दे विचकार दी दूरी कितनी है 16 सेंटीमीटर है, इहदा मास भी M है ते इहदा मास भी अपने कोल की M है। क्वेश्चन की कहंदा, they do not experience any force, they do not any experience any force, the value of Q/M should be। ਵੀ ਦਿੱਤਾ ਹੋਇਆ ਵੀ ਉਹ ਕੋਈ ਵੀ ਫੋਰਸ ਆਪਣੇ ਕੋਲ ਕੀ ਹੈ ਮਹਿਸੂਸ ਨਹੀਂ ਕਰ ਰਹੇ ਤਾਂ Q/M ਦੀ ਵੈਲਿਊ ਕੈਲਕੂਲੇਟ ਕਰੋ। ਧਿਆਨ ਨਾਲ ਜੇ ਅਸੀਂ ਦੇਖੀਏ ਇੱਕ Q ਹੈ ਤੇ ਇੱਕ M ਹੈ, ਇਹਦਾ ਮਤਲਬ ਸਾਡੇ ਕੋਲ ਕੀ ਹੈ ਦੋ ਤਰ੍ਹਾਂ ਦੀਆਂ ਫੋਰਸਿਸ ਇੱਥੇ ਲੱਗ ਰਹੀਆਂ। ਇੱਕ ਨਿਊਟਨਸ ਲਾ ਆਫ ਗ੍ਰੈਵੀਟੇਸ਼ਨ ਜਿਹੜੀ ਮਾਸਿਸ ਦੇ ਵਿਚਕਾਰ ਲੱਗਦੀ ਆਲਵੇਜ਼ ਅਟਰੈਕਟਿਵ, ਤੇ ਇੱਥੇ ਆਪਣੇ ਕੋਲ ਕੀ ਹੈ ਦੋ ਚਾਰਜਿਸ ਦੇ ਵਿਚਕਾਰ ਇਲੈਕਟ੍ਰੋਸਟੈਟਿਕ। ਇੱਕ ਫੋਰਸ ਰਿਪਲਸਿਵ ਹੋਊਗੀ, ਇੱਕ ਫੋਰਸ ਅਟਰੈਕਟਿਵ ਹੋਊਗੀ। ਠੀਕ ਹੈ ਜੀ। ਇੱਕ ਟੁਵਰਡ ਦੀ ਲਾਈਨ, ਇੱਕ ਅਵੇ ਫਰੋਮ ਦੀ ਲਾਈਨ, ਅਪੋਜ਼ਿਟ ਹੋਣਗੀਆਂ। ਠੀਕ ਹੈ ਜੀ। ਇਹ ਇੱਕ ਦੂਸਰੇ ਨੂੰ ਬੈਲੈਂਸ ਕਰ ਰਹੀਆਂ ਕਿਉਂਕਿ ਨੈਟ ਫੋਰਸ ਕੀ ਹੈ 0 ਹੈ, ਕੋਈ ਵੀ ਫੋਰਸ ਐਕਸਪੀਰੀਅੰਸ ਨਹੀਂ ਕੀਤਾ ਜਾ ਰਿਹਾ। ਇਹਦਾ ਮਤਲਬ ਸਾਡੇ ਕੋਲ ਕਨਸੈਪਟ ਕੀ ਆਇਆ ਹੈ ਵੀ ਜਿਹੜੀ ਫੋਰਸ ਹੈ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ, ਇਲੈਕਟ੍ਰੋਸਟੈਟਿਕ ਫੋਰਸ ਦੇ ਬਰਾਬਰ ਹੋਣੀ ਚਾਹੀਦੀ ਹੈ, ਕਿਉਂਕਿ ਦੇ ਆਰ ਨਾਟ ਐਕਸਪੀਰੀਅੰਸ ਐਨੀ ਫੋਰਸ। ਆਹ ਸਾਨੂੰ ਪਤਾ ਹੈ। ਇਹਦਾ ਫਾਰਮੂਲਾ ਕੀ ਹੁੰਦਾ ਹੈ, F = G m1m2, ਇੱਥੇ m1 ਦੀ ਵੈਲਿਊ ਵੀ m, m2 ਦੀ ਵੀ m ਹੈ, ਬਾਈ r²। ਠੀਕ ਹੈ ਜੀ। r ਦੀ ਵੈਲਿਊ 16 ਹੈ, ਆਪਾਂ ਇੱਕ ਵਾਰੀ r² ਲਿਖ ਲੈਂਦੇ ਹਾਂ, 16 ਲਿਖਣਾ ਤਾਂ 16/100 ਲਿਖ ਲਓ, ਮੀਟਰ ਦੇ ਵਿੱਚ ਕਨਵਰਟ ਕਰ ਲਓ। ਠੀਕ ਹੈ ਜੀ। ਤੇ ਕੂਲਮ ਦੇ ਲਾ ਦੇ ਅਕੋਰਡਿੰਗਲੀ ਜਿਹੜੀ ਆਹ ਫੋਰਸ ਇਲੈਕਟ੍ਰੋਸਟੈਟਿਕ ਦੇ ਅਕੋਰਡਿੰਗਲੀ ਵੇਖੀਏ 1/4πε0 ਏਅਰ ਦੇ ਵਿੱਚ ਪਏ ਹੈ। Q1 Q2 ਦੋਵੇਂ ਚਾਰਜ ਬਰਾਬਰ ਹੈ, Q × Q ਡਿਵਾਈਡ ਬਾਈ ਡਿਸਟੈਂਸ ਬਿਟਵੀਨ ਦੈਮ, ਉੱਥੇ ਵੀ ਡਿਸਟੈਂਸ 16/100 ਸੀ, ਇੱਥੇ ਵੀ 16/100 r ਲਿਖ ਲਿਆ ਆਪਾਂ। ਠੀਕ ਹੈ ਜੀ। Q/M ਦੀ ਰੇਸ਼ੋ ਆਪਾਂ ਕੈਲਕੂਲੇਟ ਕਰਨੀ ਹੈ। ਦੇਖੋ ਆਪਾਂ r² ਨਾਲ r² ਕੀ ਕਰਦੀ ਹੈ, ਕੈਂਸਲ ਕਰਦੀ ਹੈ। ਆਪਾਂ ਵੈਲਿਊ ਕੱਢਣੀ Q/M, ਤਾਂ ਆਪਾਂ ਇਹਨੂੰ ਇਹ ਲਿਖ ਲਈ Gm² ਹੈ ਜਿਹੜਾ ਸਾਡੇ ਕੋਲ ਕਹਿੰਦੇ ਬਰਾਬਰ ਹੋ ਗਿਆ 1/4πε0 × Q² ਦੇ। ਠੀਕ ਹੈ ਜੀ। ਹੁਣ ਆ m² ਨੂੰ ਜੇ ਅਸੀਂ ਇੱਧਰਲੀ ਸਾਈਡ ਤੇ ਲੈ ਆਈਏ ਤਾਂ ਇਕੁਏਸ਼ਨ ਬਣ ਗਈ Q²/m² = ਠੀਕ ਹੈ ਜੀ। ਜਿਹੜੀ ਆਹ ਟਰਮ ਹੈ ਇਹਨੂੰ ਦੂਸਰੀ ਸਾਈਡ ਤੇ ਲੈ ਜਾਈਏ G × 4πε0। ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਉਸ ਤੋਂ ਬਾਅਦ ਕੀ ਹੈ ਵੈਲਿਊ ਚਾਹੀਦੀ ਹੈ Q/M ਦੀ, Q/M ਦੀ ਵੈਲਿਊ ਲੈਤੀ ਦੂਸਰੀ ਸਾਈਡ ਤੇ ਸਕੁਅਰ ਰੂਟ ਲੈ ਲਿਆ, ਇਹ ਬਣ ਗਿਆ 4πε0 G। ਸੋ Q/M ਦੀ ਸਾਡੇ ਕੋਲ ਵੈਲਿਊ ਕੀ ਹੋਊਗੀ 4πε0 × G। ਡੀ ਆਨਸਰ ਹੈ ਜਿਹੜਾ ਆਪਣੇ ਕੋਲ ਆ ਗਿਆ। ਕਲੀਅਰ ਹੈ ਜੀ। ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ। ਠੀਕ ਹੈ। ਬਸ ਇੱਥੇ ਇਹੀ ਸੀਗਾ ਵੀ ਦੋ, ਕਿਉਂਕਿ ਚਾਰਜ ਐਕਸਪੀਰੀਅੰਸ ਨਹੀਂ ਕਰ ਰਿਹਾ ਕੋਈ ਫੋਰਸ, ਮਾਸ ਵੀ ਐਕਸਪੀਰੀਅੰਸ, ਇਹਦਾ ਮਤਲਬ ਦੋਵੇਂ ਇੱਕ ਦੂਸਰੇ ਨੂੰ ਕੀ ਕਰ ਰਹੇ ਆ, ਬੈਲੈਂਸ ਕਰ ਰਹੇ ਆ। ਇਸ ਗੱਲ ਦਾ ਆਪਣੇ ਕੋਲ ਧਿਆਨ ਰੱਖਣਾ। ਨੈਕਸਟ ਕੁਐਸਚਨ ਦੇਖੋ ਜੀ ਕੀ ਹੈ, ਮੈਟੈਲਿਕ ਸਫੈਰੀਕਲ ਸ਼ੈਲ। ਇੱਕ ਆਪਣੇ ਕੋਲ ਮੈਟੈਲਿਕ ਸਫੈਰੀਕਲ ਸ਼ੈਲ ਹੈਜ਼ ਇਨਰ ਰੇਡੀਅਸ r1, ਅੰਦਰ ਵਾਲਾ ਰੇਡੀਅਸ ਆਪਣੇ ਕੋਲ ਕੀ ਹੈ r1, ਐਂਡ ਆਊਟਰ ਰੇਡੀਅਸ ਇਜ਼ r2। ਠੀਕ ਹੈ ਜੀ। ਆਊਟਰ ਰੇਡੀਅਸ r2 ਹੈ। ਇਹ ਚਾਰਜ ਇਜ਼ ਪਲੇਸਡ ਐਟ ਦੀ ਸੈਂਟਰ ਆਫ ਦੀ ਸਫੈਰੀਕਲ ਕੈਵਿਟੀ, ਇੱਥੇ ਚਾਰਜ ਆਪਣੇ ਕੋਲ ਰੱਖਿਆ ਗਿਆ। ਦੀ ਸਰਫੇਸ ਚਾਰਜ ਡੈਂਸਿਟੀ ਆਫ ਦੀ ਇਨਰ ਸਰਫੇਸ, ਇਨਰ ਸਰਫੇਸ ਕਰਕੇ ਕੈਲਕੂਲੇਟ ਕਰਨੀ ਹੈ।
ਸਰਫੇਸ ਚਾਰਜ ਡੈਂਸਿਟੀ। ਠੀਕ ਹੈ ਜੀ, ਸਰਫੇਸ ਚਾਰਜ ਡੈਂਸਿਟੀ ਆਪਣੇ ਕੋਲ ਕੀ ਹੁੰਦੀ ਸਿਗਮਾ ਟੋਟਲ ਚਾਰਜ ਬਾਈ ਟੋਟਲ ਏਰੀਆ, ਇੱਥੇ ਸਰਫੇਸ ਏਰੀਆ। ਹੁਣ ਆਪਾਂ ਨੂੰ ਪਤਾ ਵੀ ਜੇਕਰ ਇੱਥੇ ਪੋਜ਼ਿਟਿਵ ਚਾਰਜ ਪਿਆ ਤਾਂ ਇਨਰ ਸਾਈਡ ਤੇ ਕਿਹੜਾ ਚਾਰਜ ਇੰਡਿਊਸ ਹੋ ਜਾਏਗਾ -Q, ਆਊਟਰ ਤੇ ਕਿਹੜਾ ਹੋ ਜਾਏਗਾ ਆਪਣੇ ਕੋਲ +Q। ਬਟ ਅਸੀਂ ਇਨਰ ਕਰਕੇ ਕੈਲਕੂਲੇਟ ਕਰਨਾ, ਇਹਦਾ ਮਤਲਬ ਇਨਰ ਦੇ ਉੱਪਰ ਚਾਰਜ ਕਿਹੜਾ ਆ ਗਿਆ -Q। ਸੋ ਟੋਟਲ ਚਾਰਜ ਕਿੰਨਾ ਹੋਇਆ -Q ਬਾਈ ਏਰੀਆ। ਸਫੈਰੀਕਲ ਸ਼ੈਲ ਹੈ, ਠੀਕ ਹੈ ਜੀ, ਸਰਫੇਸ ਦਾ ਕਿੰਨਾ ਹੁੰਦਾ 4πr²। ਇਹਦਾ ਮਤਲਬ ਜਿਹੜੀ ਸਿਗਮਾ ਦੀ ਵੈਲਿਊ ਸਾਡੇ ਕੋਲ ਆਈ ਹੈ, ਆਰ ਦੀ ਇੱਥੇ ਵੈਲਿਊ ਕੀ ਸੀ ਇਨਰ ਦੀ R1, ਤੇ ਇੱਥੇ ਆਪਣੇ ਕੋਲ ਕੀ ਹੋ ਜਾਏਗਾ R1। सिग्मा इज इक्वल टू -Q डिवाइड बाय 4πε0 R। ठीक है जी, ये अपने को ऑप्शन है जी अपने को ट्रू होगी। क्लीयर होया कि नहीं होया जी? ठीक है जी। लो जी नैक्सट क्वेश्चन अपने को देखो की है, गॉस लॉ के उपर नंबर ऑफ इलैक्ट्रिक लाइन्स ऑफ द फोर्स दैट रेडिएट आउटवर्ड फ्रॉम 1 कूलम ऑफ द चार्ज इन वैक्यूम। ਜਦੋਂ ਵੀ ਆਪਣੇ ਕੋਲੇ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਸਰਫੇਸ ਦੇ ਵਿੱਚੋਂ ਬਾਹਰ ਆ ਰਹੀਆਂ ਜਾਂ ਅੰਦਰ ਜਾ ਰਹੀਆਂ, ਠੀਕ ਹੈ ਜੀ, ਉਦੋਂ ਆਪਣੇ ਕੋਲੇ ਕੀ ਹੈ ਗੌਸ ਲਾ ਦੀ ਡੈਫੀਨੇਸ਼ਨ ਯੂਜ਼ ਕਰੋ। ਗੌਸ ਲਾ ਕੀ ਕਹਿੰਦਾ ਹੈ, φ ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ ਟੋਟਲ ਚਾਰਜ Q/ε0। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਹੁਣ ਟੋਟਲ ਚਾਰਜ ਇੱਥੇ ਕੋਲ ਕੀ ਹੈ 1 ਕੂਲਮ ਆਫ ਦੀ ਚਾਰਜ। ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਰੇਡੀਏਟਿੰਗ ਆਊਟਵਰਡ ਫਰੋਮ 1 ਕੂਲਮ ਆਫ ਦੀ ਚਾਰਜ। 1 ਕੂਲਮ ਤੋਂ ਕਿੰਨੀਆਂ ਆ ਰਹੀਆਂ, ਵੈਕਿਊਮ ਹੈ ਤਾਂ ε0 ਹੋ ਗਿਆ। ਟੋਟਲ ਚਾਰਜ ਕਿੰਨਾ ਹੈ 1 ਕੂਲਮ। ਠੀਕ ਹੈ ਜੀ, ε0 ਦੀ ਵੈਲਿਊ ਕਿੰਨੀ ਹੁੰਦੀ ਹੈ 8.854 × 10⁻12। ਠੀਕ ਹੈ ਜੀ, ਫਾਈ ਹੈ ਜਿਹੜਾ ਆਪਣੇ ਕੋਲ ਨੰਬਰ ਹੁੰਦਾ ਯੂਨਿਟਸ ਇੱਕ ਦੂਸਰੇ ਨੂੰ ਕੈਂਸਲ ਕਰਨਗੇ ਤਾਂ ਜਿਹੜੀ ਵੈਲਿਊ ਸਾਡੇ ਕੋਲ ਸੋਲਵ ਕਰਨ ਤੋਂ ਬਾਅਦ ਆਏਗੀ 1.13 × 10⁻11। ਫਸਟ ਸਿੰਪਲ ਜਿਹਾ ਕੁਐਸਚਨ ਸੀਗਾ, रेडिएटिंग आउटवर्ड है जी कैलकुलेट करने से साढ़े को कैलकुलेट होगी। ठीक है जी, नैक्सट क्वेश्चन देखो, इनदे विच ही रलदा मिलदा अ स्केयर सरफेस ऑफ साइड L। कोई स्केयर है सरफेस जिंदी L अपने को साइड है, ठीक है जी, इन द प्लेन ऑफ द पेपर इज प्लेसड इन यूनीफॉर्म इलैक्ट्रिक फील्ड E इलैक्ट्रिक फील्ड दे विच रखा गया एक्टिंग अलॉन्ग द सेम प्लेन एट एन एंगल थीटा विद द हॉरीजेंटल। इहदा मतलब जिहड़ा ये अपने को स्केयर है ना, ये हॉरीजेंटल जिहड़ा इहदा सरफेस है आ वाला हॉरीजेंटल, ये कितना एंगल बना रहा है इलैक्ट्रिक फील्ड नाल थीटा। टोटल इलैक्ट्रिक फ्लक्स जिहड़ी इहदे विच आपां ये कैलकुलेट करना भी कितनी नंबर ऑफ इलैक्ट्रिक फील्ड लाइनस है जिहड़ियां पास कर रही हैं। ठीक है जी, इनू असीं समझण दे लई जेकर XYZ प्लेन के हिसाब नाल जिन्होंने थोड़ा जिहा आपां बनाईए XY। ठीक है जी, अपने को स्केयर सरफेस ऑफ साइड L इज लाइंग इन द प्लेन ऑफ द पेपर। मान लो इनू आपां XY नूं कहता भी साडा प्लेन ऑफ द पेपर, इहदे विच कोई अपने को की पिया एक स्केयर पिया जिंदी लेंथ कितनी है L, आंदा ओरिजिन हो गया। ठीक है जी, प्लेन ऑफ द पेपर इज प्लेसड इन यूनीफॉर्म इलैक्ट्रिक फील्ड एक्टिंग अलॉन्ग द सेम प्लेन ऑफ द पेपर। इलैक्ट्रिक फील्ड भी है जिहड़ी वो इसे दे विच ही XY प्लेन दे विच ही एक्ट कर रही है इस तरह। ठीक है जी, एक्टिंग अलॉन्ग द सेम प्लेन एट एन एंगल थीटा, इस तरह तो एक्ट कर रही है बट पैरेलल नहीं हैगी, थीटा एंगल ते एक्ट कर रही है विद द हॉरीजेंटल साइड। इस तरह नहीं एक्ट कर रही बेटे, अपने को किवें एक्ट कर रही है, वो हॉरीजेंटल दे नाल एंगल थीटा बना रही है, इस तरह नाल एक्ट कर रही है। सॉरी, क्योंकि अगली लाइन दे विच अपने को दिता होया सीगा भी इट इज़ एक्टिंग, इहदा मतलब इलैक्ट्रिक फील्ड है जिहड़ी एस प्लेन दे विच किस तरह नाल मूव कर रही है, वो इवें पैरेलल एक्स एक्सिस दे पैरेलल मूव करूगी तो एंगल 0 होगा, बट वो कहंदा हॉरीजेंटल नाल एंगल थीटा बना रही है। इहदा मतलब इत्थे साडे कोल एंगल कितना बनूगा थीटा। ठीक है जी, टोटल नंबर ऑफ इलैक्ट्रिक फील्ड लाइनस है जिहड़ियां इस स्केयर दे विचों दी अपने कोल जिहड़ियां बाहर जा रही सी उनकी वैल्यू है जिहड़ी कैलकुलेट करनी। हुण सानूं पता है φ इज इक्वल टू Q/ε0 इज इक्वल टू E वैक्टर डॉट DS वैक्टर। हुण असीं इस कॉन्सैप्ट नूं यूज़ करांगे गॉस लॉ दे। इहदे वास्ते सानूं की है इलैक्ट्रिक फील्ड ते जिहड़ा भी असीं सरफेस लिया उहदे आउटवर्ड नॉर्मल दे विचकार एंगल चाहीदा। देखो इत्थे जिहड़ा एंगल है थीटा वो हॉरीजेंटल नाल बन रहा है,
ਹੁਣ ਜੇ ਅਸੀਂ ਇਸ ਸਕੇਅਰ ਦੀ ਗੱਲ ਕਰੀਏ, ਆਪਾਂ ਇਹਨੂੰ ਦੁਬਾਰਾ ਬਣਾਈਏ ਥੋੜਾ ਜਿਹਾ ਇੱਥੇ, ਇਸ ਤਰ੍ਹਾਂ ਨਾਲ ਆਪਣੇ ਕੋਲ ਇੱਕ ਸਕੇਅਰ ਬਣ ਗਿਆ। ਇਹ ਇਲੈਕਟ੍ਰਿਕ ਫੀਲਡ ਹੌਰੀਜੈਂਟਲ ਨਾਲ ਬਣਾ ਰਹੀ ਐਂਗਲ ਥੀਟਾ, ਬਟ ਸਾਨੂੰ ਇੱਥੇ ਕੀ ਚਾਹੀਦਾ, ਈ ਵੈਕਟਰ ਤੇ ਆਊਟਵਰਡ ਨਾਰਮਲ ਦੇ ਵਿਚਕਾਰ ਐਂਗਲ ਚਾਹੀਦਾ, ਇਹਨਾਂ ਦੋਵਾਂ ਦੇ ਵਿਚਕਾਰ। ਹੁਣ ਆਊਟਵਰਡ ਨਾਰਮਲ ਕੀ ਹੋਊਗਾ, ਈਦਰ ਟੁਵਰਡ ਦੀ ਯੂਜ਼ਰ ਔਰ ਅਵੇ ਫਰੋਮ ਦੀ ਯੂਜ਼ਰ, ਕਹਿਣ ਦਾ ਮਤਲਬ ਜ਼ੈਡ ਐਕਸਿਸ ਦੇ ਵੱਲ ਹੋਊਗਾ, ਇਨਵਰਡ ਜਾਂ ਆਊਟਵਰਡ, ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼। ਇਹਦਾ ਮਤਲਬ ਐਂਗਲ ਕਿੰਨਾ ਹੋਇਆ ਈ ਤੇ ਡੀ ਐਸ ਦੇ ਵਿਚਕਾਰ, 90 ਡਿਗਰੀ। ਦੇਖੋ ਇਹਦੇ ਪਰਪੈਂਡੀਕੂਲਰ ਹੋਊਗੀ ਇਨਵਰਡ ਜਾਂ ਆਊਟਵਰਡ ਅਲੋਂਗ ਜ਼ੈਡ ਐਕਸਿਸ। ਇਹਦਾ ਮਤਲਬ ਥੀਟਾ ਆਪਣੇ ਕੋਲ ਕੀ ਹੋਇਆ 90 ਡਿਗਰੀ, ਤੇ ਫਾਈ ਦੀ ਵੈਲਿਊ ਕੀ ਹੋਗੀ ਆਪਣੇ ਕੋਲੇ ਈ ਡੀ ਐਸ ਕਾਸ ਆਫ 90 ਡਿਗਰੀ। ਕਾਸ 90 ਦੀ ਵੈਲਿਊ ਕਿੰਨੀ ਹੁੰਦੀ ਹੈ 0। ਇਹਦਾ ਮਤਲਬ ਜਦੋਂ ਅਸੀਂ 0 ਵੈਲਿਊ ਇੱਥੇ ਪੁੱਟ ਕਰਾਂਗੇ ਤਾਂ ਫਾਈ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜਾਊਗੀ 0। ਠੀਕ ਹੈ ਜੀ, ਫਾਈ ਦੀ ਵੈਲਿਊ ਆਪਣੇ ਕੋਲ ਕੀ ਆ ਗਈ 0। ਉਮੀਦ ਕਰਦਾ ਹਾਂ ਕਿ ਜਿੰਨੇ ਵੀ ਆਪਾਂ ਅੱਜ ਨੂਮੈਰੀਕਲ ਕੀਤੇ ਸਿੰਪਲ ਜੇ, ਇਹ ਤੁਹਾਨੂੰ ਸਮਝ ਆ ਗਏ ਹੋਣਗੇ। ਥੈਂਕ ਯੂ ਵੈਰੀ ਮੱਚ। ਠੀਕ ਹੈ ਜੀ, ਵੀਡੀਓਜ਼ ਨੂੰ ਦੇਖੋ, ਸ਼ੇਅਰ ਕਰੋ, ਲਾਈਕ ਕਰੋ। ਠੀਕ ਹੈ ਜੀ, ਕਮੈਂਟ ਕਰੋ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਆ ਰਹੀਆਂ, ਕਿਉਂਕਿ ਇਹ ਸਾਰਾ ਕੁਝ ਤੁਹਾਡੇ ਵਾਸਤੇ ਹੀ ਕੀਤਾ ਜਾ ਰਿਹਾ, ਇਹਦੇ ਵਿੱਚ ਕੋਈ ਪਰਸਨਲ ਬੈਨੀਫਿਟ ਨਹੀਂ ਹੈਗਾ। ਲੋਕਡਾਊਨ ਕਰਕੇ ਜਿਹੜੀ ਸੀਰੀਜ਼ ਸ਼ੁਰੂ ਕੀਤੀ ਗਈ ਹੈ, ਇਸ ਕਰਕੇ ਇਹਦਾ ਵੱਧ ਤੋਂ ਵੱਧ ਬੈਨੀਫਿਟ ਲਓ। ਠੀਕ ਹੈ ਜੀ, ਜੇ ਤੁਸੀਂ ਲਾਈਕ ਜਾਂ ਸ਼ੇਅਰ ਜਾਂ ਕਮੈਂਟ ਕਰਦੇ ਹੋ, ਉਹਦੇ ਨਾਲ ਕੀ ਹੈ ਮੋਟੀਵੇਸ਼ਨ ਮਿਲਦਾ, ਨਥਿੰਗ ਐਲਸ। ਠੀਕ ਹੈ ਜੀ, ਉਹ ਮੋਟੀਵੇਸ਼ਨ ਕਰਕੇ ਕੀ ਹੈ ਬੱਚਿਆਂ ਨਾਲ ਵੱਧ ਤੋਂ ਵੱਧ ਵਰਕ ਕਰਨ ਦਾ ਮੌਕਾ ਮਿਲਦਾ। ਠੀਕ ਹੈ, ਜੇ ਤੁਸੀਂ ਮੋਟੀਵੇਟ ਨਹੀਂ ਕਰੋਗੇ ਤਾਂ ਉਹਦੇ ਨਾਲ ਕੀ એનર્ਜੀ ਲੈਵਲ ਲੋ ਹੋ ਜਾਂਦਾ, ਬਸ ਇੰਨਾ ਹੀ ਫਰਕ ਹੈ। ਠੀਕ ਹੈ ਜੀ, ਇਸ ਲਈ ਵੱਧ ਤੋਂ ਵੱਧ ਘਰ ਬਹਿ ਕੇ ਸਟੱਡੀ ਕਰੋ। 18 ਤਰੀਕ ਨੂੰ ਜਿਹੜਾ ਆਪਣਾ ਟੈਸਟ ਹੈ ਉਹਦੀ ਵੱਧ ਤੋਂ ਵੱਧ ਤਿਆਰੀ ਕਰੋ। ਥੈਂਕਸ ਐਂਡ ਹੈਵ ਅ ਨਾਈਸ ਡੇ।